ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ, ਜਿਉ ਭਾਵੈ ਤਿਵੈ ਬੁਲਾਨ। ਸਾਧ ਸੰਗਤ ਕੀ ਤੂਰ ਇਕ ਮੰਗੋ, ਜਨ ਨਾਨਕ ਪਇਓ ਸ਼ਰਨ। ਸਾਹਿਬੇ ਬਰਕਤ, ਸਾਹਿਬੇ ਇਕਬਾਲ, ਸਾਹਿਬੇ ਕਮਾਲ, ਸਾਹਿਬੇ ਜਲਾਲ, ਰੋਸ਼ਨੇ ਚਿਰਾਗ ਮੁਰਸ਼ਦੇ ਕਾਮਲ, ਨੂਰੇ ਨਜ਼ਰ ਬਰਦੋ ਆਲਮ ਸ਼ਾਹ। ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਬਾਬਿਆਂ ਦੇ ਬਾਬੇ, ਰਹਿਬਰਾਂ ਦੇ ਰਹਿਬਰ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਗਰੀਬ ਨਿਵਾਜ਼। ਸਰਬ ਸੁਖ ਸੰਪੰਨ, ਸਰਬ ਦੁੱਖ ਹਰਤਾ, ਚਾਰ ਪਦਾਰਥਾਂ ਦੇ ਦਾਤੇ, ਗਿਆਨ ਦੇ ਅਗੰਮੀ ਸਾਗਰ, ਕਲਯੁਗ ਕੇ ਬੋਖਤ। ਦਸਾਂ ਪਾਤਸ਼ਾਹੀਆਂ ਅਤੇ ਪ੍ਰਮਾਣਿਕ ਭਗਤਾਂ ਦੇ ਆਤਮਿਕ ਸਰੂਪ, ਚੌਰ ਤਖਤ ਦੇ ਮਾਲਕ, ਸਰਬਰੇ ਕਾਇਨਾਤ ਬਾਰਗਾਹੇ ਇਨਾਇਤ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਸਤਿਗੁਰੂ ਦੇ ਬਖਸ਼ੇ ਹੋਏ ਇਸ ਜਨਮ ਨੂੰ ਗੁਰਦੇਵ ਦੀ ਪਾਵਨ ਅਸੀਸ ਸ਼ਬਦ ਨਾਲ ਘੜਨ ਵਾਸਤੇ, ਜੀਵਨ ਦੀ ਜੁਗਤ ਲੈਣ ਵਾਸਤੇ ਜੁੜ ਬੈਠੀ ਗੁਰੂ ਸਵਾਰੀ ਸਤ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਾਸਰੋ ਮਨਸੂਰ ਏਜ ਦੀ ਮਨਜ਼ੂਰ, ਹਕਰਾ ਗੰਜ਼ੂਰ, ਜ਼ੁਮਲਾ ਫੈਜ਼ ਨੂਰ, ਫਾਇਜ਼ੁਲ ਅਨਵਾਰ, ਕਾਸ਼ਫੁਲ ਅਸਰਾਰ, ਬੇਕਸਾਰਾ ਯਾਰ, ਕਾਦਰੇ ਹਰਕਾਰ, ਖਜ਼ਾਨੇ ਹਰ ਗੰਜ਼, ਬੇਰਹਿਮੇ ਹਰ ਰੰਜ਼, ਖਾਲਸੋ ਬੇਕੀਨਾ, ਹੱਕ ਹੱਕ ਆਇਨਾ, ਹੱਕ ਹੱਕ ਅਗਾਹ, ਸ਼ਾਹੇ ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼, ਹੱਕ ਹੱਕ ਅੰਦੇਸ਼, ਸਾਹਿਬੇ ਕਮਾਲ, ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਦੁਸ਼ਟ ਦਮਨ, ਆਪੇ ਗੁਰ ਚੇਲਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਖੀ। ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ। ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ। ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਬਾ ਸਤਕਾਰ ਵਾ ਪਿਆਰ ਵਾ ਬੈਰਾਗ
ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਿਆਰ ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਕੱਲ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਮਹਾਨ ਰਹਿਮਤ ਅਸੀਸ ਬਖਸ਼ਿਸ਼ ਨਾਲ ਅਤੇ ਆਪ ਸੰਗਤਾਂ ਦੀ ਪਾਵਨ ਅਸੀਸ ਪ੍ਰੇਰਨਾ ਦਾ ਸਦਕਾ ਇੱਕ ਸਬਜੈਕਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭਗਤ ਬੇਣੀ ਜੀ ਮਹਾਰਾਜ ਦਾ ਸ੍ਰੀ ਰਾਗ ਦੇ ਸ਼ਬਦ ਦੀ ਭੂਮਿਕਾ ਦਾਸ ਨੇ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਇਸ ਪਾਵਨ ਸ਼ਬਦ ਅੰਦਰ ਕੰਪਲੀਟ ਜੀਵਨ ਯਾਤਰਾ ਭਗਤ ਬੇਣੀ ਜੀ ਮਹਾਰਾਜ ਨੇ ਮੇਰੀ ਤੁਹਾਡੀ ਝੋਲੀ ਵਿੱਚ ਪਾਈ ਹੈ। ਮਾਤਾ ਦੇ ਗਰਭ ਤੋਂ ਲੈ ਕੇ ਡੈਥ ਬੈੱਡ ਤੱਕ ਇੱਕੋ ਸ਼ਬਦ ਵਿੱਚ ਕਿ ਜੀਵ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੁੰਦਾ, ਇੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰ ਦੇਣਾ ਚਾਹੁੰਦਾ, ਜਿਹੜੇ ਲੋਕਾਂ ਨੂੰ ਇਹ ਚਾਹ ਹੈ ਆਪਣੇ ਜਨਮ ਦਿਨ ਮਨਾਉਣ ਦਾ, ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਉਹਨਾਂ ਦਾ ਜਨਮ ਕਦੋਂ ਹੋਇਆ, ਸਿਵਾਏ ਇੱਕ ਮੂਰਖਤਾ ਤੋਂ ਹੋਰ ਕੁਝ ਵੀ ਨਹੀਂ ਹੈ। ਕਿਸੇ ਨੂੰ ਵੀ ਨਹੀਂ ਪਤਾ ਜਨਮ ਕਦੋਂ ਹੋਇਆ। ਜਨਮ ਤੇ ਮਾਤਾ ਦੇ ਗਰਭ ਵਿੱਚ ਬਹੁਤ ਪਹਿਲਾਂ ਹੋ ਗਿਆ ਹੁੰਦਾ, ਕਿਸੇ ਮੈਡੀਕਲ ਸਾਇੰਸ ਨੂੰ ਨਹੀਂ ਪਤਾ ਅੱਜ ਤੱਕ। ਉਸ ਮਾਂ ਨੂੰ ਵੀ ਨਹੀਂ ਪਤਾ ਜਿਹਦੇ ਗਰਭ ਵਿੱਚ ਬੱਚਾ ਪਲ ਰਿਹਾ, ਮੇਰੇ ਬੱਚੇ ਦਾ ਜਨਮ ਕਿੱਦਣ ਹੋਇਆ, ਕਿਸ ਦਿਨ ਪਰਮੇਸ਼ਰ ਨੇ ਜੀਵਾਤਮਾ ਪ੍ਰਵੇਸ਼ ਕੀਤੀ ਉਸ ਚਮੜੇ ਵਿੱਚ, ਕਿਸ ਦਿਨ ਜੋਤ ਰੱਖੀ ਹੈ ਪਰਮਾਤਮਾ ਨੇ ਉਹਦੇ ਵਿੱਚ, ਕਿਸੇ ਨੂੰ ਨਹੀਂ ਪਤਾ। ਜਿਸ ਦਿਨ ਜੋਤ ਰੱਖੀ ਸੀ ਜਨਮ ਉਸ ਦਿਨ ਹੋ ਗਿਆ, ਜਿਸ ਦਿਨ ਮਾਤਾ ਦੇ ਗਰਭ ਤੋਂ ਧਰਤੀ ਦੀ ਗੋਦ ਵਿੱਚ ਆਇਆ ਉਹ ਦਿਨ ਪਤਾ ਹੈ। ਤੂੰ ਧਰਤੀ ਦੀ ਗੋਦ ਦਾ ਜਨਮ ਮਨਾ ਰਿਹਾ, ਜਨਮ ਦਿਨ ਨਹੀਂ ਹੈ ਉਹ। ਸਤਿਗੁਰੂ ਦੇ ਬੋਲ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਜਿਸ ਦਿਨ ਜੋਤ ਰੱਖੀ ਜਨਮ ਹੋ ਗਿਆ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹੋ, ਯਾਦ ਰੱਖਣਾ, ਦੁਨੀਆ ਦਾ ਕੋਈ ਗਿਆਨ ਆਪ ਜੀ ਨੇ ਲੈਣਾ ਹੋਵੇ ਇਹਦੇ ਵਿੱਚੋਂ ਲੈ ਲੈਣਾ, ਕੋਈ ਗਿਆਨ ਲੈਣਾ ਹੋਵੇ, ਕਿਸੇ ਪਾਸੇ ਦਾ ਲੈਣਾ ਹੋਵੇ, ਮੈਡੀਕਲ ਸਾਇੰਸ ਦਾ ਲੈਣਾ ਹੋਵੇ, ਜਿਓਗ੍ਰਾਫੀ ਲੈਣਾ ਹੋਵੇ, ਤਾਰਿਆਂ ਸਿਆਰਿਆਂ ਦਾ ਲੈਣਾ ਹੋਵੇ, ਸਰੀਰਕ ਲੈਣਾ ਹੋਵੇ, ਅਧਿਆਤਮਕ ਤੇ ਹੈ ਹੀ ਹੈ। ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਬਸ ਜੋਤ ਰੱਖੀ ਤੇ ਜਨਮ ਹੋ ਗਿਆ। ਤਾਂ ਤੂੰ ਜਗ ਮੈਂ ਆਇਆ, ਤੂੰ ਧਰਤੀ ਤੇ ਤਾਂ ਆਇਆ। ਮਾਤਾ ਦੇ ਗਰਭ ਵਿੱਚੋਂ ਆਉਣ ਤੋਂ ਬਾਅਦ ਉਹ ਦਿਨ ਤੈਨੂੰ ਪਤਾ ਹੈ, ਜਿਸ ਦਿਨ ਤੂੰ ਧਰਤੀ ਦੀ ਗੋਦ ਵਿੱਚ ਆਇਆ, ਜਿਸ ਦਿਨ ਮਾਤਾ ਦੇ ਗਰਭ ਵਿੱਚ ਤੇਰਾ ਜਨਮ ਹੋਇਆ, ਕਿਸੇ ਨੂੰ ਨਹੀਂ ਪਤਾ, ਕਿਸੇ ਮੈਡੀਕਲ ਸਾਇੰਸ ਨੂੰ ਨਹੀਂ ਪਤਾ। ਅੱਜ ਤੱਕ ਤੇ ਨਹੀਂ ਪਤਾ, ਕੱਲ ਦੀ ਪਰਮੇਸ਼ਰ ਜਾਣੇ। ਇੱਕ ਬੱਚੇ ਦੀ ਤੇ ਗੱਲ ਛੱਡ ਦਿਓ, ਜਿਸ ਦਿਨ ਪਰਮਾਤਮਾ ਨੇ ਏਡਾ ਵੱਡਾ ਬ੍ਰਹਿਮੰਡ ਰਚਿਆ, ਸੰਸਾਰ ਬਣਾਇਆ, ਉਸ ਦਿਨ ਦਾ ਵੀ ਕਿਸੇ ਨੂੰ ਨਹੀਂ ਪਤਾ। ਇੱਕ ਬੱਚੇ ਦੀ ਤੇ ਗੱਲ ਹੀ ਕੀ ਹੈ। ਸਤਿਗੁਰੂ ਦੇ ਬੋਲ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਇਸ ਸੰਸਾਰ ਤੇ ਹੋਇਆ, ਉਦੋਂ 3 ਫਿਰਕੇ ਪ੍ਰਧਾਨ ਸਨ। ਇੱਕ ਸਨਾਤਨ ਮਤ ਜਿਹਦਾ ਆਗੂ ਬ੍ਰਾਹਮਣ ਸੀ, ਇੱਕ ਇਸਲਾਮ ਜਿਹਦਾ ਆਗੂ ਕਾਜ਼ੀ ਸੀ, ਇੱਕ ਗੋਰਖਨਾਥ ਦਾ ਮਤ ਉਦੋਂ ਬੜਾ ਫਲੋਰਿਸ਼ ਹੋਇਆ ਸੀ, ਜਿਹਦਾ ਆਗੂ ਜੋਗੀ ਸੀ। ਤਿੰਨਾਂ ਨੂੰ ਸਤਿਗੁਰ ਕਹਿੰਦੇ ਨਹੀਂ ਪਤਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਨ। ਵੇਲ ਮੀਨਸ ਵੇਲਾ, ਸਮਾਂ। ਸਵੇਰ ਸੀ ਕਿ ਅੰਮ੍ਰਿਤ ਵੇਲਾ ਸੀ ਕਿ ਦੁਪਹਿਰ ਸੀ ਕਿ ਲੋਡੇ ਵੇਲਾ ਸੀ ਕਿ ਆਥਣ ਵੇਲਾ ਸੀ, ਰਾਤ ਸੀ, 2 ਵਜੇ ਸਨ ਕਿ 10 ਵਜੇ ਸਨ ਕਿ 12 ਵਜੇ ਸਨ ਕਿ 6 ਵਜੇ ਸਨ। ਨੋਬਡੀ ਨੋਜ਼। ਪੰਡਤਾਂ ਨੂੰ ਵੀ ਨਹੀਂ ਪਤਾ, ਵਿਦਵਾਨਾਂ ਨੂੰ ਵੀ ਨਹੀਂ ਪਤਾ। ਵੇਲ ਨਾ ਪਾਈਆ ਪੰਡਤੀ,
ਪੰਡਤੀ ਬਹੁ ਬਚਨ ਹੈ। ਪੰਡਤਾਂ ਨੂੰ ਉਸ ਵੇਲੇ ਦਾ ਨਹੀਂ ਪਤਾ। ਜੇ ਹੋਵੇ ਲੇਖ ਪੁਰਾਣ, 18 ਪੁਰਾਣ ਨੇ, ਨਹੀਂ ਤੇ ਪੁਰਾਣ ਦਾ ਇੱਕ ਚੈਪਟਰ ਇਹ ਵੀ ਹੁੰਦਾ ਵੀ ਪਰਮਾਤਮਾ ਨੇ ਸੰਸਾਰ ਕਦੋਂ ਬਣਾਇਆ ਹੈ। ਲੇਖ ਮੀਨਸ ਚੈਪਟਰ। 18 ਪੁਰਾਣ ਨੇ। ਸਤਿਗੁਰੂ ਕਹਿੰਦੇ ਕਿਸੇ ਪੁਰਾਣ ਵਿੱਚ ਲਿਖਿਆ ਹੁੰਦਾ ਰੱਬ ਨੇ ਸੰਸਾਰ ਕਦੋਂ ਬਣਾਇਆ। ਇਹ ਤੇ ਗੱਲ ਆ ਗਈ ਸਨਾਤਨ ਮਤ ਦੀ। ਸਤਿਗੁਰੂ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੂੰ ਵੀ ਨਹੀਂ ਪਤਾ। ਵਕਤ ਅਰਬੀ ਭਾਸ਼ਾ ਤੋਂ ਆਇਆ ਸ਼ਬਦ, ਉੱਥੋਂ ਬਣਿਆ ਵਕਤ, ਟਾਈਮ। ਕਾਜ਼ੀਆਂ ਨੂੰ ਵੀ ਨਹੀਂ ਪਤਾ, ਮੁਸਲਮਾਨਾਂ ਨੂੰ ਵੀ ਨਹੀਂ ਪਤਾ ਪਰਮੇਸ਼ਰ ਨੇ ਸੰਸਾਰ ਕਦੋਂ ਬਣਾਇਆ, ਕਿਹੜੇ ਵਾਰ ਬਣਾਇਆ। ਇਤਵਾਰ ਨੂੰ ਬਣਾਇਆ ਕਿ ਸ਼ੁੱਕਰਵਾਰ ਬਣਾਇਆ, ਕਿ ਸ਼ਨੀਚਰਵਾਰ ਬਣਾਇਆ ਕਿ ਮੰਗਲਵਾਰ ਬਣਾਇਆ। पिता का जन्म के जाना पूत, करते की मित के जाना किया। वक्त ना पायो कादियां, जे लिखण लेख कुरान, नहीं ते कुरान शरीफ विच एक चैप्टर लिखिया हुंदा। गुरु नानक थित वार ना जोगी जाना, रुत महा ना कोई। सतगुरु कहने किसे थित दा ते किसे वार दा जोगी नूं भी नहीं पता, ना किसी रुत का पता है। उन्हें रेनी सीजन में बनाया, चमासे में संसार बनाया, कि गर्मियां च बनाया, कि सर्दियां च बनाया, कि बसंत रुत में बनाया। हिंदुस्तान में 6 रुत्तां बदलदियां ने। दरबार साहब के रागी संगरांद वाले दिन राग गाना शुरू कर देंगे ने। किसी नूं नहीं पता, थित्तां दा नहीं पता। एकम सी के अष्टमी सी कि 13वीं सी, मस्या सी कि संग्रांद सी कि पूर्णमाशी सी, नोबडी नोज। थित वार ना जोगी जाना, रुत महा ना कोई। महीना केड़ा सी, जनवरी सी कि दिसंबर सी, अक्तूबर सी कि नवंबर सी, जुलाई सी कि मई सी, अप्रैल सी कि फैबरवरी सी, किसी नूं नहीं पता। इन्ने वड्डे ब्रह्मंड की रचना का किसी नूं नहीं पता, इन्नी वड्डी प्रकृति का किसी नूं नहीं पता। ते तेरे शरीर का तेनों जन्मदिन पता? आओ गुरु बख्शिश करे, गुरु रहमत करे। असीस करन सतगुरु भगत बेणी जी महाराज ने नक्शा खिंचिया। एक पड़ा उन्होंने रखिया माता के गर्भ विचों धरती की गोद विच आउण तक का समा। एक रखिया धरती की गोद विचों लैके विआह होण तक का समा। एक है विआह तो बाद बच्चे होण दे ते कारोबार ते बुढ़ेपे आउण दा समा। ते चौथा रखिया बुढ़ेपे तो मौत तक की यात्रा। वो मैं तुहाडे सामने गुरु की कृपा नाल 3-4 दिन विच इक्को शब्द विच रखनी है। मेरे सतगुरु मैं रहमत करन, शायद जिंदगी कुछ तुहानूं भी समझ आ जाए ते तुहाडे चरनां दा सदका मैनूं भी समझ आ जाए भी जीवन है की है। कई बारी जिंदगी लंघ जाती है, जिंदगी समझ नहीं आती। अक्सर जीवन लंघ जाता, समझ नहीं आता। इवें मैं बेनती कर दिया। बहुत घट लोग ने जिन्होंने जिंदगी की यात्रा समझ आ गई है भी जाना किधर है। जिंदगी का सफर जिन्होंने समझ आ गया जाना किधर है, बहुत घट लोग ने दुनिया ते। ये धन गुरु ग्रंथ साहब जी की बाणी इंडीकेट कर रही है मेरे तुहाडी जीवन यात्रा किधर नूं जानी है। ते ये यात्रा दो है, एक मन की यात्रा, एक तन की यात्रा। एक सूक्ष्म शरीर की यात्रा, एक अस्थूल की यात्रा। इस तन की यात्रा प्रकृति करा रही है और प्रकृति एक दिन इनू खाक विच बदल देगी। और मैं अक्सर ये गल क्या करदा, तन की यात्रा 3 खखे है और कुछ भी नहीं है। अज भी भगत जी कह रहे हैं, पहला खखा खाक, दूसरा खखा खुराक, तीसरा खखा खून। बस इस तन की यात्रा यही है। खाक तो खुराक बनती है, तो खुराक तो खून बनता है, तो फिर ये शरीर खाक हो जाता। बस
ਕਿਸੇ ਦਾ ਸ਼ਮਸ਼ਾਨ ਘਾਟ ਵਿੱਚ ਜਾ ਕੇ ਸੜ ਕੇ ਰਾਖ ਹੋ ਜਾਂਦਾ ਹੈ, ਕਿਸੇ ਦਾ ਕਬਰ ਵਿੱਚ ਦੱਬ ਕੇ ਖਾਕ ਹੋ ਜਾਂਦਾ, ਹੋ ਖਾਕ ਹੀ ਜਾਂਦਾ, ਬਸ ਹੋਰ ਕੁਝ ਨਹੀਂ ਹੈ। ਇਹਦੀ ਯਾਤਰਾ ਇਹ ਹੀ ਹੈ। ਪਹਿਲਾ ਖੱਖਾ ਖਾਕ, ਇਹ ਖਾਕ ਤੋਂ ਆ ਰਿਹਾ ਹੈ। ਕਿਉਂ? ਕਿਉਂਕਿ ਖਾਕ ਤੋਂ ਖੁਰਾਕ ਬਣਦੀ ਹੈ ਤੇ ਖੁਰਾਕ ਤੋਂ ਖੂਨ ਬਣਦਾ ਹੈ। ਇਹਦੀ ਯਾਤਰਾ ਕੇਵਲ 3 ਖੱਖੇ ਹੈ, ਹੋਰ ਕੁਝ ਨਹੀਂ ਹੈ। ਭਾਵੇਂ ਉਹ ਕਿਸੇ ਬੱਚੇ ਦਾ ਤਨ ਹੈ, ਭਾਵੇਂ ਬਜ਼ੁਰਗ ਦਾ ਹੈ, ਭਾਵੇਂ ਇਸਤਰੀ ਦਾ ਹੈ, ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ। ਇਹ ਕੇਵਲ 3 ਖੱਖਿਆਂ ਦੀ ਯਾਤਰਾ ਹੈ, ਹੋਰ ਕੁਝ ਨਹੀਂ ਹੈ। ਸਤਿਗੁਰੂ ਨੇ ਬੜੀ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਾ ਹਵਾਲਾ ਬਹੁਤ ਜਗ੍ਹਾ ਦਿੱਤਾ ਹੈ। ਤੋ ਆਓ, ਸਤਿਗੁਰੂ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਭਗਤ ਬੇਣੀ ਜੀ ਮਹਾਰਾਜ ਦੇ ਮੰਗਲਾ ਚਰਨ ਤੱਕ ਦੀ ਵਿਚਾਰ ਅਸੀਂ ਕੱਲ ਦੇ ਦੀਵਾਨ ਵਿੱਚ ਕੀਤੀ ਸੀ ਸ਼ਬਦ ਦੇ। ਮੈਂ ਫਿਰ ਦੁਬਾਰਾ ਉਸ ਲੜੀ ਨੂੰ ਜੋੜ ਕੇ ਬੇਨਤੀ ਕਰਦਿਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਰਥ ਦਾ ਸੰਬੰਧ ਪ੍ਰਸਾਦ ਨਾਲ ਹੈ, ਪ੍ਰਯਾਸ ਨਾਲ ਨਹੀਂ ਹੈ। ਪ੍ਰਯਾਸ ਕਰਨਾ ਹੈ, ਪਰ ਯਾਦ ਰੱਖੀ ਪ੍ਰਯਾਸ ਉਸ ਦਿਨ ਰੰਗ ਲਿਆਏਗਾ ਜਿਸ ਦਿਨ ਉਹਦਾ ਪ੍ਰਸਾਦ ਕਿਰਪਾ ਵਰਤੇਗੀ, ਨਹੀਂ ਤੇ ਨਹੀਂ। ਮਿਹਨਤ ਕਰਨੀ ਹੈ, ਪਰ ਮਿਹਨਤ ਉਸ ਦਿਨ ਰੰਗ ਲਿਆਏਗੀ ਜਿਸ ਦਿਨ ਉਹਦੀ ਰਹਿਮਤ ਹੋਏਗੀ, ਨਹੀਂ ਤੇ ਨਹੀਂ ਰੰਗ ਲਿਆਏਗੀ। ਮਿਹਨਤ ਹੰਕਾਰ ਬਣ ਜਾਏਗੀ, ਪ੍ਰਯਾਸ ਹਉਮੈ ਬਣ ਜਾਏਗੀ। ਸਤਿਗੁਰੂ ਦੇ ਬੋਲ, ਉਦਮ ਕਰੋ ਕਰਾਵੋ ਠਾਕੁਰ। ਪਾਤਸ਼ਾਹ ਦੇ ਬੋਲ, ਉਦਮ ਕਰੋ। ਆਪ ਜੀ ਦੇਖ ਰਹੇ ਹੋ ਗੁਰੂ ਦੀ ਕਿਰਪਾ ਨਾਲ ਸਕਰੀਨ ਤੇ, ਬੜੀ ਧਿਆਨ ਨਾਲ ਦੇਖ ਲੈਣਾ। ਇਹਦਾ ਉਚਾਰਨ ਕਰੋ ਹੈ, ਕਰੋ ਨਹੀਂ। ਜੇਕਰ ਆਪ ਜੀ ਨੇ ਇਸ ਨੂੰ ਕਰੋ ਪੜ੍ਹ ਦਿੱਤਾ, ਇਹ ਸੈਕਿੰਡ ਪਰਸਨ ਬਣ ਜਾਏਗਾ ਵੀ ਤੁਸੀਂ ਉਦਮ ਕਰੋ। ਊੜੇ ਦਾ ਮੂੰਹ ਬੰਦ ਹੈ, ਇਹ ਫਸਟ ਪਰਸਨ ਹੈ। ਤੇ ਸਪਸ਼ਟ ਲਿਖਿਆ, ਸਪਸ਼ਟ ਟ੍ਰਾਂਸਲੇਸ਼ਨ ਨੇ, ਆਈ ਮੇਕ ਦਾ ਐਫਰਟ। ਜੇ ਕਰੋ ਉਚਾਰਨ ਹੁੰਦਾ ਫਿਰ ਯੂ ਮੇਕ ਦਾ ਐਫਰਟ ਲਿਖਦਾ ਨਾ ਟ੍ਰਾਂਸਲੇਸ਼ਨ ਵਾਲਾ। ਅਫਸੋਸ ਇਸ ਗੱਲ ਦਾ, ਲੋਕ ਅਖਬਾਰ ਤੇ ਧਿਆਨ ਨਾਲ ਪੜ੍ਹਦੇ ਨੇ, ਬਾਣੀ ਕੌਣ ਧਿਆਨ ਨਾਲ ਪੜ੍ਹਦਾ ਨਹੀਂ। ਜਿੰਨੀ ਧਿਆਨ ਨਾਲ ਲੋਕ ਫਿਲਮ ਵੇਖਦੇ ਨੇ, ਕੀਰਤਨ ਕੌਣ ਸੁਣਦਾ ਇੰਨੇ ਧਿਆਨ ਨਾਲ। ਜਿੰਨੇ ਧਿਆਨ ਨਾਲ ਲੋਕ ਮੈਚ ਵੇਖਦੇ ਨੇ, ਕਥਾ ਕੌਣ ਸੁਣਦਾ ਇੰਨੇ ਧਿਆਨ ਨਾਲ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਸ ਦਿਨ ਤੈਨੂੰ ਇੰਨੇ ਧਿਆਨ ਨਾਲ ਸੁਣਨ ਦਾ, ਬਾਣੀ ਕੀਰਤਨ ਕਥਾ ਪਾਠ ਦਾ ਚਾਅ ਪੈਦਾ ਹੋ ਗਿਆ, ਯਾਦ ਰੱਖੀ ਤੇਰੇ ਅੰਦਰ ਇੱਕ ਰੈਵੋਲੂਸ਼ਨ ਆ ਜਾਏਗਾ, ਇੱਕ ਕ੍ਰਾਂਤੀ ਆ ਜਾਏਗੀ। ਇਸ ਕ੍ਰਾਂਤੀ ਦੀ ਪਹਿਲੀ ਪੌੜੀ ਹੋਏਗੀ ਬਿਰਹਾ। ਪਹਿਲੀ ਪੌੜੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅੱਜ ਮੇਰਾ ਇਹ ਵਿਸ਼ਾ ਨਹੀਂ ਹੈ, ਫਿਰ ਕਦੀ ਸਰੀਰ ਰਿਹਾ, ਕਦੀ ਸੰਜੋਗ ਬਣਿਆ, ਜੈਸਾ ਸਤਿਗੁਰੂ ਕਹਾਣਗੇ। ਜਿਸ ਦਿਨ ਤੂੰ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਸ਼ੁਰੂ ਕੀਤਾ, ਪੜ੍ਹਨਾ ਸ਼ੁਰੂ ਕੀਤਾ ਨਾ, ਕੀਰਤਨ ਨੂੰ, ਕਥਾ ਨੂੰ, ਉਸ ਦਿਨ ਪਹਿਲੀ ਪੌੜੀ ਜ਼ਿੰਦਗੀ ਦੀ ਬਿਰਹਾ ਹੋਏਗੀ, ਬੈਰਾਗ। ਤੋ ਮੇਰੇ ਪਾਤਸ਼ਾਹ ਸ਼ਾਇਦ ਬਾਬਾ ਫਰੀਦ ਨੇ ਇੱਥੇ ਖਲੋ ਕੇ ਤਾਂ ਹੀ ਇਹ ਬਚਨ ਕਹੇ ਸਨ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਉਸ ਦਿਨ ਇਹ ਜਨਮ ਦਿਨ ਨਹੀਂ ਮਨਾਏਗਾ, ਉਸ ਦਿਨ ਤੈਨੂੰ ਫਿਕਰ ਹੋ ਜਾਏਗਾ, ਮੇਰੀ ਜ਼ਿੰਦਗੀ ਦਾ ਅੱਜ ਇੱਕ ਦਿਨ ਹੋਰ ਘਟ ਗਿਆ ਪ੍ਰਮਾਤਮਾ, ਜਿਹੜੇ ਕੰਮ ਆਇਆ ਸੌ ਤੇ ਹੋਇਆ ਹੀ ਨਹੀਂ। ਇਹ ਜਨਮ ਦਿਨ ਨਹੀਂ ਮਨਾ ਸਕਦਾ, ਮਾਫ ਕਰ ਦੇਣਾ ਮੈਨੂੰ। ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂ? ਇਹਨੂੰ ਮੌਤ ਦੀ ਚਿੰਤਾ ਪੈ ਜਾਣੀ ਹੈ ਵੀ ਜਿਹਨੇ ਸਵਾਸ ਲੈ ਕੇ ਆਇਆ ਸਾਂ, ਅੱਜ ਦਾ ਦਿਨ ਵੀ ਗਿਆ, ਇਹ ਵੀ ਗਿਆ, ਅੱਜ ਕੰਮ ਫਿਰ ਨਹੀਂ ਬਣਿਆ, ਆਹ ਮਹੀਨਾ ਵੀ ਗਿਆ ਫਿਰ ਵੀ ਨਹੀਂ ਬਣਿਆ। ਪਰ ਕਦੋਂ? ਜਿਸ ਦਿਨ ਇਹ ਬਾਣੀ ਧਿਆਨ ਨਾਲ ਸੁਣੇਗਾ ਤੇ ਪੜ੍ਹੇਗਾ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਤੇ ਰਿਵਾਜੀ ਇਹ ਗੁਰਦੁਆਰੇ ਆਉਂਦਾ ਹੈ। ਇਹ ਗੁਰੂ ਨੂੰ ਆਪਣਾ ਬਣਾਉਣ ਵਾਸਤੇ ਨਹੀਂ ਆਉਂਦਾ, ਗੁਰੂ ਕੋਲੋਂ ਕੁਝ ਮੰਗਣ ਆਉਂਦਾ ਹੈ।
सतगुरु ने एवं नहीं आख्या चित जिनका हिर लिया माया बोलन पे रवाणी। उदन तो इसकी कथा भी करनी रिवाजी रिवाजी है, भी 4 पैसे मिल गए, ठीक है। किसी ने कह दिता भाई साहब बड़ी कथा चंगी कर दो, ठीक है, इस तो अगे नहीं है। ਇਹਦਾ कीर्तन भी एक रीत होएगी, बस इस तो बड़ी है, ये प्रीत नहीं बनेगी। ਇਹਦਾ गुरुद्वारे आना भी एक रूटीन है, होर कुछ नहीं है, रीत है, प्रीत नहीं है। ये भी मैं अर्ज कर दिया। चित जिनका हिर लिया माया बोलन पे रवाणी। तो मेरे पातशाह कह रहे ने, कृपा कर रहे ने, उद्यम करो करावो ठाकुर भेटत साधु संग। आख्या मेरा जी ते करदा मैं तेरे अल कदम पुट्टा, पर जे तू अगों बाह ना फड़े मैं की करा। मैं रात नूं संकल्प करदा सवेरे सिमरन करांगा, जदों अलार्म वजदा ते आप ही बंद कर लेना, थोड़ी देर होर सो जावां। चलो कल वेखांगे। अज मैं किसी पार्टी ते जाना, फिर कल वेखांगे। अज फिल्म चंगी आ रही है, सीरीयल आ रहा है, फिर कल वेखांगे। ते कल वेखदियां वेखदियां एक दिन जिंदगी वेख के ही चला जाती, वेंदियां ही चली जाती। तो गुरु साहब बख्शिश कर रहे ने, कल मैं बेनती की सी, मंगल है एक ओंकार सतगुर प्रसाद। प्रसाद दे ददे नूं सियारी है, गुरु की किरपा द्वारा। मैनू थोड़े टाइम में ही बेनती कर दिया, याद रखना किसी प्लेट विचों भोजन नू चुक के मूँह विच पहुँचाना ते उसनू चबा के स्टोमक तक देना, ये मेहनत है, ये प्रयास है। पर याद रखना जे वो रहमत नहीं करेगा, प्रसाद नहीं करेगा, तो भोजन विचों खून अपनी मेहनत नाल नहीं बन सकता। कि बन सकता है? जे भोजन नाल खून भी अपनी मेहनत नाल बन सकता है, फिर 3 टाइम रोटी खाने की लोड़ नहीं, बाहरों 2 चमचे ब्लड पीता, गल मुक्की, 2 रोटियां विचों खून कढ़ लिया, ठीक है। तेरी मेहनत कख नहीं करेगी जे ओदी रहमत कुछ ना करे, कुछ नहीं करेगी। इस भुलेखे च ना रही, भावें रोज पाठ करता रहो। पर वो बड़ा दयालु है, एक तिल नहीं भन्ना घल है, एक तिल जिन्नी किसी की मेहनत नहीं जान देंदा। मैं जदों थल्लों टुरिया तो राह च पौड़ियां लिखिया, चरण शरण गुर एक पैंडा जाए चल, सतगुरु कोट पैंडा आगे होए लेत है। वो इन्ना दयालु है, तू एक कदम पुट के तो देख, तू एक बारी संसार वाल कंड करके उहदे वाल मूँह तां करके देख, वो किवें खिंचदा है। मैं बेनती कर दिया, जेकर शिष्य चाहता मैं परमात्मा नूं मिलना, तो परमात्मा ना चाहता मैं नहीं मिलना, हकीकत जानियो कदी मिलाप हुंदा ही ना। जे गुरु ना चाहता मैं सिख नूं मिलना, सिख कदी गुरु नूं मिल ही ना सकता। जेकर गुरु चाहता मैं सिख नूं मिलना, तो सिख आके मैं नहीं मिलना, फिर भी मिलाप नहीं जी होना। मैनू इस तरह सौखा कर दिया गल। एक बच्चा अपने माँ नालों विछड़ के, बाप नालों विछड़ के रो रहा है, माफ करना, जे बच्चा रो रहा तो माँ नहीं रो रही, कदी मिलाप नहीं होगा। माँ भी रो रही है, बच्चा भी रो रहा है, माँ भी रो रही है। गुरु भी पलांगा पुट्टन नूं तैयार है, 100 कदम तू एक पुट। जे माँ ना रोंदी, बाप ना रोंदा, तो बच्चा ही रोंदा रहिंदा, किनू लोड़ है मिलन की? कोई लोड़ नहीं। तो जे माँ रोंदी तो बच्चा ना रोंदा, फिर भी नहीं मिलते। कई लोग बच्चे बागी हो जाते हैं, छड़ देंगे ने लोग, कई मावां भी छड़ देंदियां ने बच्चों को। तो सतगुरु कह रहे ने, बख्शिश कर रहे ने, रहमत कर रहे ने, एक ओंकार सतगुर प्रसाद। प्रसाद गुरु की किरपा नाल ये प्रसाद वरतेगा। ये तेरे प्रयास की काम नहीं, तू प्रयास कर ते प्रसाद की मंग कर। मैं अक्सर ये गल क्या करदा, जिमीदार लोग खेती बीजते हैं पर फल नहीं ला सकते, फल तो वही किरपा नाल लगता है। जेकर फल भी आप लग सके, फिर 4-5 महीने उड़ीकन की लोड़ है, अज बीजीए तो सवेरे वढ़ लीए, फिर तो एकड़ एक एकड़ विचों 1000 मन वढ़ लीए, की लोड़ है इन्ने एकड़ कल्टीवेशन करने की। तो आओ भगत जी की बख्शिश कर रहे हैं, की रहमत कर रहे हैं।
रे नर गर्भ कुंडल जब आछत। फ्रॉम द वैरी बिगिनिंग जीव की हिस्टरी इत्थों शुरू हुई है, माता के गर्भ विचों शुरू हुई है। मैं आप जी को बेनती करा, इत्थों जिंदगी शुरू है इस शरीर की। मैं रात के दीवान में तुहाडे नाल बेनती की सी, पिता ते माता दे शरीर दे संयोग तो जीव की जिंदगी शरीर की शुरू है। माफ करना, मां रूपी शरदा ते ज्ञान रूपी बाप की जिंदगी सूक्ष्म शरीर की तां शुरू होएगी, नहीं तो नहीं होएगी, बिल्कुल नहीं होएगी। शरदा रूपी मां होवे ते ज्ञान रूपी बाप होवे, जदों आपस में संयोग करनगे सूक्ष्म शरीर गुरु वल टुरेगा, नहीं तो नहीं। सूक्ष्म शरीर कह लो, मन कह लो, सुरत कह लो, जीवात्मा कह लो, गल एक ही है, नहीं तो नहीं टुरेगा। तुसी रोज दे सत्संगी हो ते बहुत उच्च कोटि दे प्रचारक मेरे नालों हज़ारां गुणा चंगे तुहाडे कोल रोज आउंदे ने। काश किते कोई गल जिंदगी की तुहाडी समझ विच भी आ जाए तो मेरी विच भी आ जाए भी जीवन है की है। रे नर, महाराज कहते हैं ओ जीव, नर दे रारे थले औंकड़ नहीं है, संबोधन है। ओ आदमी, ओ मैन, ओ जीव, ये संबोधन है, एक वचन। रे नर गर्भ कुंडल जब आछ, जदों माता दे गर्भ विच तू प्रवेश किया है। उर्द ध्यान लिव लागा, उल्टा टंगिया हुंदा जीव माता दे गर्भ विच, पुट्ठा हुंदा है। मैं आप जी के चरणों में बेनती कर देना चाहना, उर्द शब्द गुरु ग्रंथ साहब जी महाराज में दो प्रकार नाल आया है। एक तो उर्द आया उत्ते वास्ते, एक उर्द आया उल्टे वास्ते। ये बड़ा अगम्मी सागर है, करोड़ों वारी भी इसनों पढ़ लीए तो सुन लीए फिर भी आप अधूरे है। सतगुरु जी बख्शिश करते हैं, रहमत करते हैं। अर्ध उर्द मंझ बसेरा, गुरु ग्रंथ साहब बड़ी सब कुछ हवाला सतगुरु ने साड़ी झोली च पाया, केवल ध्यान देना बस, और कुछ नहीं है। उर्द उच्चे वास्ते भी आया ते उर्द उल्टे वास्ते भी आया है। सतगुरु कहते ने माता दे गर्भ विच तू उल्टा टंगिया सै, सुरत तेरी उच्ची सी, परमात्मा नाल जुड़ी सी। जैसे कोई बंदा तुहाडे सामने आ जाए, बंदा इन्हां अखां नाल जदों दा सिर वेखदा पैर नहीं दिस सकते, बिल्कुल नहीं दिसणगे। जदों पैर वेखेगा सिर नहीं दिसेगा। मैं आप जी के चरणों में बेनती करदा, जदों मेरे वर्गियां दी निगाह संसार वाल हुंदी है, उदों ये दृष्टि निरंकार नूं नहीं देख सकती। जदों निरंकार वाल हुंदी है, संसार नहीं दिसदा। जदों ये पदार्थ वाल हुंदी है, परमार्थ का कुछ पता नहीं लगता। जदों परमार्थ वाल हुंदी है, पदार्थ उजल हो जाता है। जदों ये करते ते खड़ी हुंदी है, कृत नहीं दिसदी, ते जदों कृत ते खड़ी हुंदी है, करता नहीं दिसदा। ये भी मैं अर्ज कर दिया तुहानूं। जिस बंदे दी ते बंदे नूं पहचानना होवे, दृष्टि नाल पहचान लैंदा इहदी नज़र की है। नज़र बहुत नीवी, विचार बहुत नीवी, ये संसारी है। विचार बहुत उच्चे हो गए ने, निगाह बहुत उच्ची हो गई है, परमार्थी है। 5 मिनट कोल आण के बंदा खलोवे, उहदी पहली गल तो पता लग जाता है मन की अवस्था की है। मैं देखिया कई 80-80 साल दे बुढ़े भी गल करते हैं बहुत नीवी अश्लील गल करनगे, जीवन कुछ भी नहीं।
उम्र बहुत वड्डी, विचार बहुत नीवे, कख भी नहीं, कुछ भी नहीं, बहुत नीवी। ते बंदा जो विचार है वो है, जो दृष्टि है वो है, जो शरीर है वो नहीं है। मैं आप जी नूं अर्ज करा, 80 साल दा होके भी थड़े ते हाली ताश ही खेड रहा, की खाक जिंदगी है दी? 70-80 साल का होके भी अभी अश्लील फिल्मां का ही शौकीन बनया पिया, की जिंदगी है दी? कि इनू जिंदगी खाक समझ आई है? की जीवन है दा? की विचारधारा है दी? बंदे की पहचान है दृष्टि कितनी उच्ची हो गई है, विचार कितने उच्चे चले गए ने। मैं आप जी नूं अर्ज करा, तुहाडे ट्विन टावर उपर देखने होण, थले थोड़ी देखना पेगा, उत्ते वेखना पेगा। ते परमात्मा ते बहुत उच्चा है, अत ऊंचा ताका दरबारा। अगर ओनू समझना है, ओनू वेखना है, ओनू विचारना है, तो दृष्टि तो उच्ची करनी पेगी, विचार तो उच्चे करने पैणगे, नहीं तो नहीं होएगा। किवें हो जाएगा? किस तरह हो जाएगा? एक ट्विन टावर नूं वेखण वास्ते निगाह उच्ची करनी पैंदी है, उहदी चोटी वेखनी है, थल्ले ध्यान करके थोड़ी दिसदी है। ते जेड़ा मालक सब तो उच्चा है, पेख्योरी मैं मोहन ऊंचा, सब ते ऊंचा, उहदे वास्ते विचार तो उच्चे करने पैणगे, दृष्टि तो उच्ची करनी पेगी। एवं किवें पता लगेगा? तो भगत जी बख्शिश कर रहे ने, रहमत कर रहे ने। रे नर आख्या, ओए जीव, गर्भ कुंडल जब आछत, जदों तू माता दे गर्भ विच उल्टा टंगिया सै, उदों तेरी दृष्टि उच्ची सी, सोच उच्ची सी। क्यों? उर्द ध्यान लिव लागा, तेरा ध्यान परमात्मा नाल जुड़िया सी, तां उच्ची सी। याद रख लेना एक गल, जिंदगी में ध्यान ते ज्ञान कट्ठे रहिंदे ने। जिदा मैनू ध्यान नहीं, उसका मैनू कदी भी ज्ञान नहीं हो सकता। चलो इस तरह ही मैं एग्जाम्पल वास्ते कह दिया, घड़ी लगी है हॉल में, इधर भी लगी उधर भी लगी है, जिन्ना चिर मेरा सूइयां ते ध्यान नहीं गया, मैनू टाइम का की ज्ञान है? की ज्ञान है? जिन्ना चिर घड़ी दियां सूइयां ते मेरा ध्यान नहीं गया, स्क्रीन चल रहे ने दोनों पासे, माफ करना, अगर अखरां ते मेरा ध्यान ही नहीं गया तो ज्ञान की है मैनू? ध्यान ते ज्ञान कट्ठे रहिंदे ने, भावें संसार दा होवे ते भावें भगवान दा होवे। इस वास्ते परमार्थ विच रब दे ज्ञान नूं आंदे ने ध्यान साधना। इस वास्ते सतगुर दी बाणी कहती है, धुन मैं ध्यान, ध्यान मैं जानिया, गुरमुख अकथ कहानी। गुरु दे शब्द नाल ध्यान जोड़, ये ध्यान ही एक दिन तेनू ज्ञान बना देगा, ज्ञानी बना देगा। इस ध्यान विचों ही ज्ञान प्रगट हो जाएगा, जिवें दुध विचों मक्खन प्रगट हो गया। ज्यों ज्यों तेरा ध्यान सूक्ष्म हुंदा जाएगा, त्यों त्यों गुरु दियां रहमतां बख्शां असीसां वरतदियां जाणगियां। तुन मैं ध्यान, ध्यान मैं जानिया, गुरमुख अकथ कहानी। तो भगत जी बख्शिश कर रहे ने, रहमत कर रहे ने, रे नर गर्भ कुंडल जब आछ, जदों तू माता दे गर्भ विच उल्टा टंगिया सै, उदों तेरा ध्यान परमात्मा नाल उच्चा जुड़िया सी, लिव जुड़ी सी। क्यों? जिंदगी विच दो ही रस्ते ने, एक लिव ते एक तात। सतगुरु दे बोल, लिव तात दो राह है। मन पदार्थां वाल, संसार वाल दौड़दा, इनू कहंदे ने परमार्थ दी दृष्टि विच तात, ते जेकर परमात्मा नाल जुड़ जाए इनू कहंदे ने लिव। लिव तात दो राह है, ये दो रस्ते ने, एक संसारी है, एक निरंकारी है, एक प्रभुता है, एक प्रभु है, एक सता है, एक सत है, एक तन है, एक धर्म है, ये दो ही ने। लिव तात दो राह है, तीसरा रास्ता कोई नहीं है।
तीसरे ते अध विचाले वाले हुंदे ने, ना इधर ते ना इधर। सतगुरु ने बाणी च बख्शिश कीता है, लिव धात दोए राह। भाई साहब लाओ जरा, ला सकते हो? लिव धात दोए राह। चलो जे नहीं लग रहा तो मैं इन्नी बेनती कह देना चाहना आप जी नूं, गुरु अमरदास साहब ने इहदा खुलासा किया है। आख्या ज्यों ही माता दे गर्भ विचों जीवन आ गया, लिव धात दोए राह। ये दो रस्ते ने, कोई धात वल भज रहा, कोई लिव वल भज रहा, कोई प्रभता वल जा रहा, कोई प्रभु वल जा रहा, कोई सत वल जा रहा, कोई सता वल जा रहा, कोई धन वल जा रहा, कोई धर्म वल जा रहा, कोई शरीर दे रसां भोगां वल जा रहा तो कोई आत्मा वल जा रहा है। ये दो ही रस्ते हैं। मेरे पातशाह कह रहे ने, आख्या उदों ते ध्यान तेरा लिव लगी सी परमात्मा नाल, सुरत उच्ची हुई सी माता दे गर्भ विच। भगत बेणी जी महाराज, रे नर गर्भ कुंडल जब आछत उर्द ध्यान लिव लागा। तेरा ध्यान बड़ा उच्चा सी, है तू उल्टा टंगिया से, ध्यान उपर सी। कईयां ते सतगुरु बख्शिश करते ने, रहिंदे ऑफिस विच ने, दुकान विच ने, ते जोड़दे नाम मन परमात्मा नाल ने, ध्यान परमात्मा नाल जोड़दे ने। कई लोग गुरुद्वारे बैठ के भी ध्यान संसार नाल जोड़दे ने। माफ करना, ध्यान नीवा, होर कुछ नहीं। बंदा कई बारी गुरुद्वारे बैठ के भी यही तकदा रहिंदा, कौन आया, कौन गया, किन्ने की पाया, की कीता, कख भी नहीं, होर कुछ भी नहीं, नथिंग। कई गुरुद्वारे बैठे भी दुकान विच हुंदे ने, घर ते ऑफिस हुंदे ने, ते कई घर ते ऑफिस दुकान ते बैठे भी गुरुद्वारे हुंदे ने ध्यान करके। गल ध्यान दी है, गल इस तन दी हाजरी दी नहीं है, गल हजूरी दी है, मन दी है। परमार्थ मन दी साधना है। दुकान खोलनी होवे तन चाहिदा, एवें नहीं खुल सकती। कार चलानी होवे तन चाहिदा, एवें नहीं। पर याद रखना, जेकर गुरु दी संगत करनी होवे ते मन चाहिदा, तन ते भावें जिथे मर्जी होवे। कई बारी तन गुरुद्वारे बैठा हुंदा ते माइक चों आवाज जानी, दूजा कहता भाई साहब ने पता नहीं क्या आख्या, मैं तो सुनिया ही नहीं। तन ते है सी, मन ही बाहर टुर गया। ਉਹਨੂੰ मन कह लो, ਉਹਨੂੰ ध्यान कह लो, ਉਹਨੂੰ सुरत कह लो, ਉਹਨੂੰ बिरती कह लो, ਉਹਨੂੰ सूक्ष्म शरीर कह लो, गल एको ही है। तो भगत जी बख्शिश कर रहे, रे नर गर्भ कुंडल जब आछत उर्द ध्यान लिव लागा। किनियां किनियां बोलियां सतगुर ने दे विच बख्शिश कीतियां हैं। आख्या तू उल्टा टंगिया सा, ध्यान तेरा परमात्मा नाल उच्चा सी, शरीर ते नीवा सी, उल्टा सी, पर सुरत बड़ी उच्ची सी। फिर होर की सी? मृतक पिंड, अगली पंक्ति भाई साहब जी, मृतक पिंड पद मद ना। आख्या इस शरीर रूपी मिट्टी दे भांडे दा तेनू हंकार कोई नहीं सी। मृतक पिंड, पिंड मैंने शरीर है। इस मिट्टी दे भांडे दा तेनू इन्ना हंकार कोई नहीं सी। पद मद ना, फिर की सी? ऐनिस एक, दिन रात तू परमात्मा नाल जुड़िया सा। ऐनिस एक, ऐनिस मैंने दिन रात, एक दे कके थले औंकड़ परमात्मा, एक वचन पुलिंग। तू माता दे गर्भ विच उल्टा टंगिया होया भी परमात्मा नाल जुड़िया होया सा। अजीब भगत जी नक्शा खिंच रहे ने माता दे गर्भ दा। ऐनिस एक, दिन रात तू एक नाल जुड़िया सा। अज्ञान सो नागा, तेरी एक भी एबसेंट नहीं सी। तू अज्ञान कदी होया ही नहीं, अज्ञान तेरे च। आप जी दे सामने पढ़ सकते हो। अज्ञान सो नागा, नागा दा मतलब हुंदा है लीव, छुट्टी, एबसेंट। तेरी कोई छुट्टी नहीं सी। हुणे कहंदा मैं ऐतवार गुरुद्वारे जाना, अगे बच्चे जाने कोई नहीं।
ਹੁਣ ਕਹਿੰਦਾ ਬੁੱਧਵਾਰ ਸਿਰਫ ਜਾਣਾ, ਬਸ ਅੱਗੇ ਪਿੱਛੇ ਕੋਈ ਨਹੀਂ ਜਾਣਾ। ਆ ਤੁਹਾਡੇ ਸਾਹਮਣੇ ਆ ਗੁਰੂ ਦੀ ਬਾਣੀ। ਹੁਣ ਨਿਤਨੇਮ ਦੀ ਵੀ ਨਾਗਾਈ ਹੈ, ਅੰਮ੍ਰਿਤ ਵੇਲੇ ਦੀ ਵੀ ਨਾਗਾਈ ਹੈ, ਰਹਿਤ ਬਹਿਤ ਦੀ ਵੀ ਨਾਗਾਈ ਹੈ, ਕੁਛ ਵੀ ਨਹੀਂ ਹੈ। ਐਨਿਸ ਏਕ ਆਖਿਆ, ਦਿਨ ਰਾਤ ਤੂੰ ਇੱਕ ਪਰਮਾਤਮਾ ਨਾਲ ਜੁੜਿਆ ਸੈ। ਹੁਣ ਇੱਕ ਨਾਲੋਂ ਨਾਗਾ ਹੀ ਨਾਗਾ, ਛੁੱਟੀਆਂ ਹੀ ਛੁੱਟੀਆਂ ਨੇ, ਹੋਰ ਕੁਝ ਵੀ ਨਹੀਂ ਹੈ। ਐਬਸੈਂਟ ਹੀ ਐਬਸੈਂਟ ਹੈ, ਕਦੀ ਕਦਾਈ ਆ ਗਿਆ ਗੁਰਦੁਆਰੇ ਬਸ। ਕੇਵਲ ਇਸ ਰੂਟੀਨ ਵਿੱਚ ਨਾ ਰਹਿ ਜਾਈਏ ਵੀ $1 ਜਾਂ 1 ਮਲੇਸ਼ੀਅਨ ਰਿੰਗਟ ਗੁਰੂ ਅੱਗੇ ਧਰਿਆ, 5 ਰੱਖੇ 10 ਰੱਖੇ ਤੇ ਮੱਥਾ ਟੇਕਿਆ, ਬਸ ਠੀਕ ਹੈ। 2 4 5 ਕਿਸੇ ਕਥਾਵਾਚਕ ਰਾਗੀ ਨੂੰ ਦਿੱਤੇ, ਬਸ ਠੀਕ ਹੈ। ਕਿਧਰੇ ਇੱਥੇ ਹੀ ਨਾ ਰਹਿ ਜਾਏ ਜ਼ਿੰਦਗੀ, ਇਸੇ ਕੰਮ ਤੇ ਹੀ ਨਾ ਰਹਿ ਜਾਏ। ਐਨਿਸ ਏਕ ਅਗਿਆਨ ਸੋ ਨਾਗਾ। ਮਹਾਰਾਜ ਕਹਿੰਦੇ ਤੇਰਾ ਇੱਕ ਵੀ ਛੁੱਟੀ ਨਹੀਂ ਸੀ ਅਗਿਆਨ ਵਾਲੀ, ਹਰ ਵੇਲੇ ਸੁਚੇਤ ਸੀ, ਹਰ ਵੇਲੇ ਰੱਬ ਨੂੰ ਯਾਦ ਕਰ ਰਿਹਾ ਸੀ। ਭਗਤ ਬੇਣੀ ਜੀ ਮਹਾਰਾਜ, ਫਿਰ ਮੈਂ ਇੱਕ ਹੋਰ ਬੇਨਤੀ ਕਰ ਦੇਣਾ ਚਾਹਨਾ। ਜਿੰਨਾ ਪੁਰਾਣਾ ਇਤਿਹਾਸ ਅਰਦਾਸ ਦਾ ਹੈ, ਓਨਾ ਹੀ ਪੁਰਾਣਾ ਇਤਿਹਾਸ ਜੀਵ ਦਾ ਹੈ। ਮਾਤਾ ਦੇ ਗਰਭ ਵਿੱਚ ਜੀਵ ਦੀ ਇੱਕੋ ਹੀ ਅਰਦਾਸ ਸੀ।